घटाशायी तो कड़की आसमां पर बिजलियां साकी, क़यामत ढा रहा है आज नीला आसमां साकी। कभी जो रात दिन भरते थे दम मेरी मोहब्बत का, वही अब उठा रहे हैं मेरी जानब उंगलियां साकी। खुद अपने दोस्तों की हमने तो तारीखें मुरतब की, मगर अपनी कहानी का नहीं मिलता निशान साकी। वॉइस ऑफ इंडिया स्टूडियो में मैं हूँ योगराज गुप्ता। आप सबको मेरा आदाब, नमस्कार और प्यार भरी सत श्री अकाल। मेरे साथ तशरीफ़ फरमा है मॉर्गेज स्पेशलिस्ट जनाब MP सिंह। मेहरबानी जी गुप्ता जी। आपका वॉइस ऑफ इंडिया स्टूडियो में हम हार्दिक स्वागत करते हैं। शुक्रिया जी। सबसे पहले मेरा ये सवाल है कि हर माँ बाप की ख्वाहिश होती है, हर माँ बाप की ख्वाहिश है अपने बच्चों को तंदुरुस्त कामयाब देखने की। हाँ जी, बिल्कुल। एट द सेम टाइम कुछ चीज़ें हैं वो अपने बस की बात नहीं, आउट ऑफ कंट्रोल। हाँ, आप इसके बारे में यहाँ से स्टार्ट करें। देखो जी, हर माँ बाप गुप्ता जी एक बच्चों की बेहतरी तो सोचते हैं बच्चों। हाँ, उन्होंने अपने बच्चों की बेहतरी लिए तो सोचना ही सोचना। ठीक है जी, जिन्ने मर्जी औखे होण, ਜਿਹੜੀ ਪੀੜ੍ਹੀ ਸਾਡੇ ਤੋਂ ਪਹਿਲਾਂ ਆਈ ਹੈ ਉਹ ਸਾਡੇ ਬਾਰੇ ਸੋਚਦੀ ਸੀ, ਅਸੀਂ ਆਪਣੀ ਅਗਲੀ ਪੀੜ੍ਹੀ ਬਾਰੇ ਸੋਚਦੇ। ਉਨਕੀ ਸਟਰਗਲ ਡਿਫਰੈਂਟ ਸੀ। ਉਹਨਾਂ ਦੀ ਸਟਰਗਲ ਡਿਫਰੈਂਟ ਇਸ ਕਰਕੇ ਸੀਗੀ ਕਿ ਕਮਿਊਨਿਟੀ ਬਹੁਤ ਘੱਟ ਸੀ ਉਸ ਟਾਈਮ 'ਤੇ, ਔਰ ਕੰਮ ਨਹੀਂ ਸੀ ਸੌਖੇ ਮਿਲਦੇ, ਬੜੀਆਂ ਪ੍ਰੋਬਲਮਸ ਸੀ। ਸਭ ਤੋਂ ਵੱਡੀਆਂ ਜਿਹੜੀਆਂ 2-3 ਪ੍ਰੋਬਲਮ ਉਹਨਾਂ ਵਿੱਚੋਂ ਇੱਕ ਸੀ ਲੈਂਗੁਏਜ ਪ੍ਰੋਬਲਮ, ਬਿਲਕੁਲ। ਇੱਕ ਕਲਚਰਲ ਜਿਹੜਾ ਸੀ ਮਿਕਸਅਪ ਨਹੀਂ ਸੀ ਜਲਦੀ ਹੁੰਦੇ, ਉਹ ਡਿਸਕ੍ਰਿਮੀਨੇਸ਼ਨ ਨਹੀਂ ਥਾ। ਦੂਜਾ ਸੀਗਾ ਕਿ ਕੰਮ ਦੀ ਜਿਹੜੀ ਕੁਆਲਿਟੀ ਹੈ, ਸਾਡੇ ਲੋਕ ਅਸੀਂ ਲੋਕ ਉਸ ਕੈਲੀਬਰ ਦੇ ਨਹੀਂ ਸੀ ਹੈਗੇ ਜਿਸ ਕੈਲੀਬਰ ਦੇ ਇਹਨਾਂ ਗੋਰਿਆਂ ਨੂੰ ਲੋੜ ਹੈ। ਅੱਜ ਹਾਲਾਤ ਬਦਲ ਗਏ, ਇਸੇ ਕਰਕੇ ਪਹਿਲਿਆਂ ਨੂੰ ਜ਼ਿਆਦਾ ਸਖਤ ਮਿਹਨਤ ਕਰਨੀ ਪਈ। ਅੱਜ ਤੁਸੀਂ ਦੇਖਿਆ ਹੋਊਗਾ ਗੁਪਤਾ ਜੀ, ਜਿਹੜੇ ਲੋਕ ਆ ਰਹੇ ਆ ਪਰਮਾਨੈਂਟ ਰੈਜ਼ੀਡੈਂਟ ਆ ਰਹੇ ਆ, ਉਹ ਹਾਈਲੀ ਕੁਆਲੀਫਾਈਡ, ਬਿਲਕੁਲ ਗ੍ਰੈਜੂਏਟ, ਪੋਸਟ ਗ੍ਰੈਜੂਏਟ, MBA, ਉਹ ਫਾਈਨੈਂਸ਼ੀਅਲੀ ਵੀ ਸੌਲਿਡ ਹੈ ਬਹੁਤ, ਉਹ ਫਾਈਨੈਂਸ਼ੀਅਲੀ ਵੀ ਸੌਲਿਡ ਹੈ। ਠੀਕ ਹੈ ਜੀ। ਔਰ ਜਿਹੜੇ ਬੱਚੇ ਆ ਰਹੇ, ਸਟੂਡੈਂਟ ਆ ਰਹੇ, ਕਿਆ ਬਾਤ, ਨੈਚੁਰਲੀ ਉਹ ਜਿਨ੍ਹਾਂ ਨੇ ਉਹ ਸਾਰੇ ਟਰਮਸ ਕੰਡੀਸ਼ਨ ਪੂਰੀਆਂ ਕੀਤੀਆਂ। ਟਰਮ ਕੰਡੀਸ਼ਨ 'ਚ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਹਾਂ, ਇੰਗਲਿਸ਼ ਟੈਸਟ ਜਿਹੜਾ ਹੈਗਾ ਸੀਗਾ ਉਹ 'ਚ 7 ਬੈਂਡ, ਕਿਤੇ 8 ਬੈਂਡ। ਠੀਕ ਹੈ ਜੀ, ਉਹ ਲੈ ਕੇ ਆ ਰਹੇ ਹੈਗੇ। ਔਰ ਇਹ ਨਹੀਂ ਕਿ ਸਾਡੇ ਸਿਰਫ ਇੰਡੀਆ ਤੋਂ ਹੀ ਆ ਰਹੇ, ਮਤਲਬ ਜੋ ਵਰਲਡ ਵਾਈਡ ਜਿੱਥੋਂ ਵੀ ਆ ਰਹੇ ਹੈਗੇ, ਸ਼ਰਤਾਂ ਸਾਰਿਆਂ ਵਾਸਤੇ ਇੱਕੋ ਜਿਹੀਆਂ ਹੈਗੀਆਂ। ਔਰ ਉਹ ਬੱਚੇ ਜਿਹੜੇ ਆ ਰਹੇ, ਉਹ ਨੈਚੁਰਲੀ ਉਹਨਾਂ ਨੇ ਇੱਥੇ ਆ ਕੇ ਚੰਗੀਆਂ ਯੂਨੀਵਰਸਿਟੀਆਂ, ਚੰਗੇ ਕਾਲਜ ਜੁਆਇਨ ਕੀਤੇ, ਅਸੀਂ ਚੰਗੇ ਕੋਰਸ ਲਏ ਹੈਗੇ। ਔਰ ਕੋਰਸ ਬੇਸ਼ੱਕ ਉਹ ਸਾਲ ਦਾ, 2 ਸਾਲ ਦਾ ਜਾਂ 3 ਸਾਲ ਦਾ ਹੈਗਾ। ਔਰ ਉਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਪਰਫੈਕਟ ਇੱਕ ਪ੍ਰੋਫੈਸ਼ਨਲ ਬਣ ਜਾਂਦੇ, ਜ਼ਿੰਮੇਵਾਰ ਬਣ ਜਾਂਦੇ ਹੈਗੇ। ਠੀਕ ਹੈ ਜੀ। ਉਹ ਜਿਸ ਜ਼ਿੰਮੇਵਾਰੀ ਨਾਲ ਉਹਨਾਂ ਨੇ ਪੜ੍ਹਿਆ, ਉਸੇ ਜ਼ਿੰਮੇਵਾਰੀ ਨਾਲ ਉਹਨਾਂ ਨੇ ਕੰਮ ਕਰਨਾ। ਉਹਨਾਂ ਨੂੰ ਉਹ ਪ੍ਰੋਬਲਮਸ ਨਹੀਂ ਆਉਣਗੀਆਂ ਜਿਹੜੀਆਂ ਪ੍ਰੋਬਲਮਸ ਸਾਡੇ ਤੋਂ ਪਹਿਲੀ, ਬਿਲਕੁਲ ਸਹੀ ਬਾਤ, ਪੀੜ੍ਹੀ ਨੂੰ ਆਈਆਂ। ਠੀਕ ਹੈ ਜੀ। ਉਹ ਸਾਡੀ ਪੀੜ੍ਹੀ ਜਿਹੜੀ ਸੀ, ਉਹ ਬੜੇ 2-2, 3-3 ਜੋਬਾਂ ਕੀਤੀਆਂ। ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ ਲੈਂਗੁਏਜ ਦੀ ਵੀ ਬਸ ਯੈਸ ਨੋ ਦਾ ਹੀ ਬਹੁਤਾ ਪਤਾ ਹੁੰਦਾ ਸੀਗਾ, ਬਹੁਤ ਜ਼ਿਆਦਾ ਨਹੀਂ ਸੀ ਪਤਾ ਹੁੰਦਾ। ਪਰ ਦੇਖੋ ਕਿੰਨਾ ਉਹਨਾਂ ਵੱਡੇ ਚੈਲੰਜ ਕਿੰਨਾ ਸੀ, ਉਹ ਚੈਲੰਜ ਉਹਨਾਂ ਨੇ ਕਬੂਲ ਕੀਤਾ ਔਰ ਕਾਮਯਾਬੀ ਕੀ। ਉਹਨਾਂ ਨੇ ਪੈਰ ਜਮਾਏ ਆਪਦੇ, ਉਹਨਾਂ ਨੇ ਆਪਣੇ ਧੀਆਂ ਪੁੱਤਰ, ਬਾਕੀਆਂ ਦਾ ਰਸਤਾ ਆਸਾਨ ਕਰਤਾ। ਉਹਨਾਂ ਨੇ ਆਪਣੇ ਧੀਆਂ ਪੁੱਤਰ ਸੱਦੇ, ਆਪਣੇ ਭੈਣ ਭਰਾ ਸੱਦੇ, ਆਪਣੇ ਪੇਰੈਂਟਸ ਸੱਦੇ। ਅੱਜ ਜਦੋਂ ਕਿਸੇ ਮਨ 'ਚ, ਉਹ ਕਹਿੰਦੇ ਜੀ ਜਦੋਂ ਮੈਨੀਟੋਬਾ ਦੇ ਵਿੱਚ ਸਿੱਖ ਸੁਸਾਇਟੀ ਬਣੀ, ਮੈਨੀਟੋਬਾ ਸਿੱਖ ਸੁਸਾਇਟੀ ਬਣੀ, ਤੇ ਸਿੱਖ ਸੁਸਾਇਟੀ ਰਜਿਸਟਰਡ ਤਾਂ ਕਰ ਲਈ, ਤੇ ਉਹਨੂੰ ਰਜਿਸਟਰਡ ਕਰਾਉਣ ਵਾਸਤੇ 5 ਸਿੱਖਾਂ ਦੀ ਲੋੜ ਸੀ। ਸਿੱਖਣ ਦੀ ਸੈਂਸ ਸੀ ਪੂਰੇ ਪਗੜੀਧਾਰੀ, ਅੰਮ੍ਰਿਤਧਾਰੀ ਹੋਣ। ਉਸ ਵੇਲੇ 50 ਸਾਲ ਪਹਿਲਾਂ 5 ਸਿੱਖ ਨਹੀਂ ਲੱਭੇ ਸੀ। ਅੱਜ ਜੇ ਮੈਨੀਟੋਬਾ ਦੇ ਵਿੱਚ ਉਹ ਸਿੱਖ ਸੁਸਾਇਟੀ ਦੇ ਸੱਦੇ ਤੇ ਜਾਂ ਜਿਹੜੇ ਸਿੱਖਾਂ ਦੇ ਸੱਦੇ ਤੇ, ਵੱਖਰੇ ਵੱਖਰੇ ਗੁਰਦੁਆਰਿਆਂ ਦੇ ਕਮੇਟੀਆਂ ਦੇ ਸੱਦੇ ਤੇ ਨਗਰ ਕੀਰਤਨ ਕੱਢਣਾ ਹੋਵੇ ਤਾਂ ਉੱਥੇ 25-30 ਹਜ਼ਾਰ ਬੰਦਾ ਕੱਢਣਾ। ਠੀਕ ਹੈ ਜੀ। ਸੋ ਮਤਲਬ ਇਹ ਪੁਰਾਣੇ ਲੋਕਾਂ ਨੇ ਸਟਰਗਲ ਕੀਤੀ ਹੈ, ਉਹਦਾ ਇਹ ਸੱਟਾ ਹੈਗਾ। क्योंकि आपका ताल्लुक मॉर्गेज से है, मैं चाहूँगा कि आजकल मौजूदा हालात में जो इंटरेस्ट रेट बहुत कम है और इतना अफोर्डेबल है लोगों के लिए, क्या ट्रेंड क्या चल रहा है? ਇਹਦੇ ਪਿੱਛੇ ਗੁਪਤਾ ਜੀ ਰੇਟ ਘੱਟ ਹੋਣ ਦੇ ਪਿੱਛੇ ਜਿਹੜਾ ਕਾਰਨ ਆ, ਉਹ ਜਿਵੇਂ ਆਪਾਂ ਇੱਕ ਪ੍ਰੋਗਰਾਮ 'ਤੇ ਪਹਿਲਾਂ ਡਿਸਕਸ ਕੀਤਾ, COVID-19 ਹੀ ਹੈ ਅਭੀ ਵੀ। ਹਾਂਜੀ। ਅੱਛਾ। ਉਹਦੇ ਕੀ ਹੈਗਾ ਕਿ ਜਿਹੜਾ ਰੇਟ ਬੈਂਕਾਂ ਫਿਕਸ ਕਰਦੀਆਂ ਨੇ ਜੀ, ਜਿਹੜੇ ਵੇਰੀਏਬਲ ਰੇਟ ਹੁੰਦੇ ਆ, ਉਹ ਜਿਹੜੇ ਪ੍ਰਾਈਮ ਲੈਂਡਿੰਗ ਰੇਟ 'ਤੇ ਹੁੰਦੇ ਆ, ਅਤੇ ਉਹ ਬੈਂਕ ਆਫ ਕੈਨੇਡਾ ਜਦੋਂ ਰੇਟ ਆਪਣਾ ਰੇਟ ਘਟਾ ਦਿੰਦਾ, ਯਾਨੀ ਉਹਦੇ ਕੋਲ ਮਨੀ ਅਸੈਸੇਬਲ ਹੁੰਦੀ ਹੈ
ਦੂਸਰੇ ਬੈਂਕਾਂ ਨੂੰ ਦੇਣ ਦੇ ਲਈ ਜਾਂ ਦੂਜੇ ਬੈਂਕਾਂ ਨੂੰ ਅਸੈਸੇਬਲ ਹੁੰਦੀ ਆ ਬੈਂਕ ਆਫ ਕੈਨੇਡਾ ਤੋਂ ਲੈਣ ਦੇ ਲਈ, ਉਹਦਾ ਰੇਟ ਬਹੁਤ ਘੱਟ ਹੈ। ਜਦੋਂ ਕੋਵਿਡ ਸ਼ੁਰੂ ਹੋਇਆ ਜੀ, ਕੋਵਿਡ-19 ਸ਼ੁਰੂ ਹੋਇਆ ਅਰਾਊਂਡ ਫਰਵਰੀ ਮਾਰਚ ਵਿੱਚ, ਤੇ ਇਹ ਬੈਂਕ ਆਫ ਕੈਨੇਡਾ ਦਾ ਰੇਟ ਸੀਗਾ ਜੀ 1.75%। ਤਬ ਹਾਂਜੀ, ਅੱਜ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਅੱਜ 0.25% ਹੈ। 0.25% is the only Bank of Canada का रेट ਬੈਂਕ बैंकों के लिए। ਆਫ ਕੈਨੇਡਾ ਦਾ ਰੇਟ ਬੈਂਕਾਂ ਵਾਸਤੇ। बैंकों के लिए ਉਹ ਨੈਚੁਰਲੀ ਦੂਜੇ ਬੈਂਕਾਂ ਨੂੰ ਵੀ ਜਿਹੜੇ ਸੀਗੇ ਰਿਟੇਲ ਬੈਂਕਿੰਗ ਕਰਨ ਵਾਲੇ ਬੈਂਕ ਹੈ ਜਾਂ ਮੋਨੋਲਾਈਨ ਬੈਂਕ ਹੈਗੇ ਜਾਂ ਕ੍ਰੈਡਿਟ ਯੂਨੀਅਨਸ ਹੈਗੀਆਂ, ਇਹਨਾਂ ਨੂੰ ਵੀ ਆਪਣੇ ਰੇਟ ਘਟਾਉਣੇ ਪਏ। ਅੱਛਾ, ਸੋ ਅਫੋਰਡੇਬਲ ਤਾਂ ਰੇਟ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਸਵਾਲ ਨਾਲ ਹੀ ਹੋਣਾ ਚਾਹੀਦਾ, ਮੈਨੂੰ ਲੱਗਦਾ ਕਿ ਇਹ ਕਿੰਨਾ ਚਿਰ ਘਟ ਰਹਿਣਗੇ। ਇਹ ਦੇਖੋ, ਜਦੋਂ ਰੇਟ ਘਟਦੇ ਆ ਨਾ ਜੀ, ਬੈਂਕ ਆਫ ਕੈਨੇਡਾ ਦਾ ਰੇਟ ਘਟਦਾ, ਉਦੋਂ ਹੁੰਦਾ ਕਿ ਸਾਡੇ ਦੇਸ਼ ਦੀ ਇਕੋਨਮੀ ਠੀਕ ਨਹੀਂ ਹੈ, ਉਦੋਂ ਰੇਟ ਘਟਦੇ। ਜਦੋਂ ਇਕੋਨਮੀ ਠੀਕ ਹੁੰਦੀ ਹੈ, ਸਟਰੋਂਗ ਹੁੰਦੀ ਹੈ, ਪ੍ਰੋਗਰੈਸਿਵ ਟ੍ਰੈਂਡ ਤੇ ਹੁੰਦੀ ਹੈ, ਉਦੋਂ ਰੇਟ ਵੱਧਦੇ। ਅੱਛਾ, ਬੈਂਕ ਆਫ ਕੈਨੇਡਾ ਨੇ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ 2-3 ਸਾਲ ਹੋਰ, ਘੱਟੋ ਘੱਟ 2023 ਤੱਕ ਕੈਨੇਡਾ ਦੀ ਇਕੋਨਮੀ ਸਟਰੋਂਗ ਹੋਣ ਦੇ ਕੋਈ ਚਾਂਸਸ ਨਹੀਂ ਹੈ। ਅੱਛਾ, ਕੋਈ ਚਾਂਸਸ ਨਹੀਂ। ਹੁਣ ਇੱਕ ਤੁਹਾਨੂੰ ਹੋਰ ਹੈਰਾਨੀ ਵਾਲੀ ਮੈਂ ਗੱਲ ਦੱਸਾਂ ਕਿ ਬੈਂਕ ਆਫ ਅਮਰੀਕਾ ਦਾ ਰੇਟ ਜਿਹੜਾ 0% ਹੈ। ਬੈਂਕ ਆਫ ਅਮਰੀਕਾ ਦਾ ਰੇਟ 0% ਹੈ। ਬੈਂਕ ਆਫ ਕੈਨੇਡਾ ਦਾ ਰੇਟ ਜਿਹੜਾ ਉਹ 0.25% ਹੈ, 1/4% ਜਿਹਨੂੰ ਕਹਿੰਦੇ ਆਪਾਂ। ਇਕਾਨਮੀ ਉਨਕੀ ਵੀ ਅੱਛੀ ਨਹੀਂ, ਉਸ ਇਹਦੇ ਤੋਂ ਸਾਡੇ ਤੋਂ ਭੈੜੀ ਹੋ ਗਈ। ਇਹ ਗੱਲਾਂ ਮਤਲਬ ਹੁਣ ਕੋਈ ਸਾਨੂੰ ਸਿੱਧੇ ਸਵਾਲ ਪੁੱਛਦੇ ਜੀ, ਇਹ ਕੀ ਬਣੂਗਾ ਇਕੋਨਮੀ ਦਾ, ਕੀ ਹੋਊਗਾ, ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ। ਆਪਣੇ ਆਪ ਵਿੱਚ ਤੁਹਾਡੇ ਸਵਾਲ ਦਾ ਸੌਖਾ ਜਵਾਬ ਹੈ। ਠੀਕ ਹੈ ਜੀ, ਰੇਟ ਵਾਕਿਆ ਹੀ ਘੱਟ ਹੈ। ਆਉਣ ਵਾਲੇ ਦਿਨਾਂ ਵਿੱਚ ਵਧਣ ਦੇ ਕੋਈ ਚਾਂਸਸ ਨਹੀਂ, ਮੈਨੂੰ ਤਾਂ ਲੱਗਦੇ ਨਹੀਂ। ਠੀਕ ਹੈ ਜੀ, ਲੋਕ ਅਵੇਲ ਕਰ ਰਹੇ ਹਨ ਆਪਰਚੁਨਿਟੀ ਜਿਹੜੇ ਹੁਣ ਗੱਲ ਆ ਗਈ ਕਿ ਲੋਕੀ ਇਸ ਅਪਰਚੁਨਿਟੀ ਨੂੰ ਅਵੇਲ ਕਰਨ ਕਿ ਉਹਨਾਂ ਨੂੰ ਰੇਟ ਘੱਟ ਮਿਲ ਰਹੇ ਹੈਗੇ। ਉਹਦੇ ਲਈ ਐਲੀਜੀਬਿਲਟੀ ਜਿਹੜੀ ਉਹ ਕਰਨੀ ਪੈਂਦੀ ਹੈ, ਤੁਹਾਨੂੰ ਪਤਾ ਹੀ ਹੈ। ਇਨਕਮ ਹੋਣੀ ਚਾਹੀਦੀ ਹੈ, ਚੰਗੀ ਇਨਕਮ ਹੋਣੀ ਚਾਹੀਦੀ ਹੈ, ਲਾਇਬਿਲਟੀਜ਼ ਬਹੁਤ ਨਹੀਂ ਹੋਣੀਆਂ ਚਾਹੀਦੀਆਂ। ਜੇ ਕਿਸੇ ਨੇ ਘਰ ਖਰੀਦਣ ਤੋਂ ਪਹਿਲਾਂ ਕਾਰ ਲੋਨ ਲੈ ਲਿਆ, ਲਾਈਨ ਆਫ ਕ੍ਰੈਡਿਟ ਚੋਂ ਕਰੀ ਹੈਗੀ ਆ, ਕੋਈ ਇੱਦਾਂ ਦੇ ਹੋਰ ਕ੍ਰੈਡਿਟ ਕਾਰਡਾਂ ਤੇ ਖਰਚੇ ਜਿਹੜੇ ਉਹ ਬਹੁਤ ਕਰ ਲਏ ਹੈਗੇ ਆ, ਤੇ ਨੈਚੁਰਲੀ ਉਹਨਾਂ ਦੀ ਅਫੋਰਡੇਬਿਲਟੀ ਜਿਹੜੀ ਘਟ ਜਾਊਗੀ। ਦੂਜਾ ਜਿਹੜਾ ਸਭ ਤੋਂ ਅਹਿਮ ਹੈਗਾ ਉਹ ਹੁੰਦਾ ਕ੍ਰੈਡਿਟ। ਜੇ ਕ੍ਰੈਡਿਟ ਦੇ ਵਿੱਚ ਤੁਹਾਡੀ ਪ੍ਰੋਬਲਮ ਹੈ, ਤੁਸੀਂ ਰੀਪੇਮੈਂਟ ਪ੍ਰੋਪਰ ਨਹੀਂ ਕੀਤੀਆਂ ਹੋਈਆਂ, ਪੇਮੈਂਟ ਮਿਸ ਕੀਤੀਆਂ ਹੋਈਆਂ, ਨੈਚੁਰਲੀ ਕ੍ਰੈਡਿਟ ਜਿਹੜਾ ਸਕੋਰ ਹੈ ਡਾਊਨ ਹੋ ਜਾਣਾ। ਪਿੱਛੇ ਜੇ ਬਹੁਤਾ ਟਾਈਮ ਨਹੀਂ ਹੋਇਆ, CMSE ਜਿਹੜੀ ਜਿਹੜੀ ਇੰਸ਼ੋਰੈਂਸ ਦਿੰਦੀ ਆ ਬੈਂਕਾਂ ਨੂੰ ਔਨ ਬਿਹਾਫ ਆਫ ਕਸਟਮਰ, ਕਲਾਇੰਟ, ਬਾਇਰ, ਉਹਨੇ ਕੁਝ ਰੂਲਸ ਰੈਗੂਲੇਸ਼ਨ ਚੇਂਜ ਕਰ ਦਿੱਤੇ, ਟਾਈਟ ਕਰ ਦਿੱਤੇ। ਸਭ ਤੋਂ ਪਹਿਲਾਂ ਤੁਹਾਨੂੰ ਟਾਈਟ ਕੀਤਾ ਕਿ GDS TDS ਹੁੰਦੇ, ਇੱਕ ਰੇਸ਼ੋਜ਼ ਹੁੰਦੀਆਂ ਕਿ ਤੁਹਾਡੀ ਇਨਕਮ ਕਿੰਨੀ ਹੈ ਤੇ ਤੁਹਾਡੇ ਖਰਚੇ ਕਿੰਨੇ ਹੋ ਸਕਦੇ ਘਰ ਦੇ ਉੱਤੇ ਜਾਂ ਫਿਰ ਹੋਰ ਜਿਹੜੇ ਲੋਨ ਤੁਸੀਂ ਲਏ ਹੋਏ। ਉਹਦਾ ਮੋਟੇ ਤੌਰ ਤੇ ਹੁੰਦਾ ਸੀ GDS 39 ਔਰ TDS 44। GDS ਜਿਹੜੀ ਆ ਉਹ ਹੁੰਦੀ, ਉਹਦਾ ਮਤਲਬ ਹੁੰਦਾ ਵਾ ਪ੍ਰਿੰਸੀਪਲ ਪਲੱਸ ਇੰਟਰਸਟ ਪਲੱਸ ਪ੍ਰੋਪਰਟੀ ਟੈਕਸ ਪਲੱਸ ਹੀਟ, ਇਹਨੂੰ GDS ਕਹਿੰਦੇ। ਔਰ ਜਿਹਨੂੰ TDS ਕਹਿੰਦੇ ਆ ਉਹ ਸਾਰੇ ਇਹ ਪ੍ਰਿੰਸੀਪਲ ਪਲੱਸ ਇੰਟਰਸਟ ਪਲੱਸ ਟੈਕਸ ਪਲੱਸ ਹੀਟ ਪਲੱਸ ਅਦਰ ਲੋਨ, ਉਹ ਹੁੰਦੀ ਹੈ TDS। ਇਹ ਰੇਸ਼ੋ ਹੈਗੀ ਕਿ 39-44। ਤੁਸੀਂ ਯਾਨੀ ਘਰ ਦੇ ਖਰਚੇ ਉੱਤੇ $39 ਵਿੱਚੋਂ 39 ਸੈਂਟ ਹੀ ਖਰਚ ਸਕਦੇ। ਠੀਕ ਹੈ ਜੀ, ਬਾਕੀ ਜਿਹੜੇ ਲੋਨ ਹੋਰ ਪਾ ਕੇ ਉਹ 44। ਪਰ CMSE ਨੇ ਇਹ ਰਿਡਿਊਸ ਕਰਤੇ ਜੀ। ਉਹਨੇ 39 ਦੀ ਬਜਾਏ 35 ਕਰ ਦਿੱਤਾ। ਇਹਦਾ ਮਤਲਬ ਤੁਹਾਡੇ ਜਿਹੜੀ ਆ ਉਹ ਬਾਇੰਗ ਕਪੈਸਿਟੀ ਘਟਾ ਦਿੱਤੀ। ਇਹ ਇਸੇ ਤਰ੍ਹਾਂ ਹੀ ਉਹਨੇ ਜਿਹੜਾ ਅੱਗੇ ਸੀ ਕ੍ਰੈਡਿਟ ਸਕੋਰ, ਜਿਹਦਾ ਵਧੀਆ ਕ੍ਰੈਡਿਟ ਸਕੋਰ ਉਹਨੂੰ 620 ਨੂੰ ਵਧੀਆ ਕ੍ਰੈਡਿਟ ਸਕੋਰ ਗਿਣਿਆ ਜਾਂਦਾ ਸੀ। ਠੀਕ ਹੈ ਜੀ, ਉਹ ਕਹਿੰਦੇ ਨਹੀਂ ਜੀ, ਜਿਹਦਾ ਕ੍ਰੈਡਿਟ ਸਕੋਰ 680 ਹੋਊਗਾ ਉਹਨੂੰ ਮਾਰਗੇਜ ਮਿਲੂਗੀ। ਕਈ ਕੁਆਲੀਫਾਈ ਹੋਣੇ ਬੰਦ ਹੋ ਜਾਏ, ਬਿਲਕੁਲ ਕੁਆਲੀਫਾਈ ਹੋਣੇ ਬੰਦ ਹੋ ਗਏ। ਪਰ ਇੱਕ ਜਿਹੜਾ ਨਾਲ ਥੋੜੀ ਜਿਹੀ ਕਹਿ ਲਓ ਚੰਗੀ ਖਬਰ ਇਹ ਆ ਕਿ CMSE ਦੇ ਨਾਲ ਹੀ 2 ਹੋਰ ਇੰਸ਼ੋਰੈਂਸ ਕੰਪਨੀਆਂ ਹੈਗੀਆਂ। ਉਹਨਾਂ ਨੇ ਜੈਨਵਰਥ ਹੈ, ਉਹਦਾ ਨਾਮ ਵੀ ਚੇਂਜ ਹੋ ਗਿਆ ਹੁਣ, ਇੱਕ ਕੈਨੇਡਾ ਗਰੰਟੀ ਆ। ਉਹਨਾਂ ਦੋਨਾਂ ਕੰਪਨੀਆਂ ਨੇ, ਉਹ ਪ੍ਰਾਈਵੇਟ ਕੰਪਨੀਆਂ, CMSE ਜਿਹੜੀ ਆ ਉਹ ਕਰਾਊਨ ਕਾਰਪੋਰੇਸ਼ਨ, ਗਵਰਨਮੈਂਟ ਦੀ ਕਾਰਪੋਰੇਸ਼ਨ, ਦੋਨੋਂ ਪ੍ਰਾਈਵੇਟ ਕੰਪਨੀਆਂ। ਕੰਮ ਉਹਨਾਂ ਦਾ ਵੀ ਇਹੀ ਹੈ, ਉਹਨਾਂ ਦਾ ਕੰਮ ਹੈ ਕਿ ਇੰਸ਼ੋਰੈਂਸ ਗਾਰੰਟੀ ਕਰਦੇ ਆ। ਠੀਕ ਹੈ ਜੀ, ਗਵਰਨਮੈਂਟ ਨੂੰ ਜਾਂ ਬੈਂਕਾਂ ਨੂੰ ਗਰੰਟੀ ਦਿੰਦੇ। ਉਹਨਾਂ ਨੇ ਆਪਦੀਆਂ ਸ਼ਰਤਾਂ ਜਿਹੜੀਆਂ ਸੀਗੀਆਂ ਉਹ ਟਾਈਟ ਨਹੀਂ ਕੀਤੀਆਂ, ਸਖਤ ਨਹੀਂ ਕੀਤੀਆਂ
CMSE ਨੂੰ ਫੋਲੋ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਸ਼ਰਤਾਂ ਸਾਡੀਆਂ ਪਹਿਲੀਆਂ ਸੀਗੀਆਂ GDS TDS ਤੇ ਜਿਹੜਾ ਕ੍ਰੈਡਿਟ ਸਕੋਰ ਉਹ ਸਾਡਾ ਪਹਿਲਾਂ ਵਾਲਾ ਹੀ ਰਹੂਗਾ। ਥੋੜ੍ਹੀ ਜਿਹੀ ਇਹਦੇ ਨਾਲ ਰਾਹਤ ਵਾਲੀ ਜਿਹੜੀ ਗੱਲ ਉਹ ਸਾਹਮਣੇ ਆਈ ਹੈ। ਸੋ ਰੇਟ ਇਹਦੇ ਬਾਵਜੂਦ ਘੱਟ ਹੈ। ਕੁਆਲੀਫਾਈਂਗ ਕਪੈਸਿਟੀ ਜਿਹੜੀ ਆ ਉਹ ਲੋਕਾਂ ਦੀ ਹੋ ਸਕਦੀ ਹੈ, ਪਰ ਕੋਵਿਡ ਵਿੱਚ ਕਿਉਂਕਿ ਲੋਕਾਂ ਦੇ ਕੰਮ ਛੁੱਟ ਗਏ। ਠੀਕ ਹੈ ਜੀ, ਜਿਨ੍ਹਾਂ ਦੇ ਕੰਮ ਛੁੱਟ ਗਏ ਉਹਨਾਂ ਲਈ ਜੇ ਜ਼ਰੂਰ ਮੁਸੀਬਤ ਦੀ ਘੜੀ ਸੀ, ਔਰ ਇਸ ਘੜੀ ਦੇ ਕਰਕੇ ਉਹ ਵਾਂਝੇ ਰਹਿ ਗਏ, ਘਰ ਨਹੀਂ ਬਾਏ ਕਰ ਸਕੇ। ਪਰ ਮੌਰਗੇਜ ਇੱਕ ਇਹੋ ਜਿਹੀ ਚੀਜ਼ ਹੈ ਜੀ, ਇਹ ਹਰ ਇੱਕ ਨੂੰ ਮਿਲਣੀ ਹੁੰਦੀ। ਤੁਸੀਂ ਆਮ ਤੌਰ ਤੇ ਮੈਨੂੰ ਲਾਂਭਾ ਦਿੰਦੇ ਆ ਵੀ ਅਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ ਜੀ, ਗੁੱਡ ਕ੍ਰੈਡਿਟ, ਬੈਡ ਕ੍ਰੈਡਿਟ, ਨੋ ਕ੍ਰੈਡਿਟ, ਐਵਰੀਬਾਡੀ ਅਪਰੂਵ। ਇਹ ਗੱਲ ਸੱਚੀ ਹੈ, ਸੱਚੀ ਹੈ, ਬਿਲਕੁਲ ਸੱਚੀ ਹੈ ਜੀ। ਗੁੱਡ ਕ੍ਰੈਡਿਟ ਵਾਲਾ ਤਾਂ ਲੱਕੀ ਹੈ ਨਾ, ਉਹਨੂੰ ਮੌਰਗੇਜ ਮਿਲ ਜਾਣੀ ਹੈ, ਉਹਦਾ ਕ੍ਰੈਡਿਟ ਚੰਗਾ ਹੋਵੇ। ਬੈਡ ਕ੍ਰੈਡਿਟ ਜਿਹੜਾ ਵਾ ਉਹ ਵੀ ਮਿਲ ਜਾਏਗਾ, ਅਨਲੱਕੀ ਨਹੀਂ ਮਿਲੇਗਾ ਹੈ ਜੀ। ਇੰਟਰਸਟ ਰੇਟ ਇਹ ਚਲੋ ਵੱਖਰੀ ਗੱਲ ਹੈ, ਪਰ ਇਹ ਤਾਂ ਹੈ ਨਾ ਕਿ ਮੌਰਗੇਜ ਮਿਲਣੀ ਹੈ। ਠੀਕ ਹੈ ਜੀ। ਹੁਣ ਇੱਕ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਚਰਚਾ ਸੁਣੀ ਹੋਣੀ ਆ, ਸਾਡੇ ਵੱਲੋਂ ਖਾਸ ਕਰਕੇ ਆਉਂਦੀ ਹੈ, ਸਾਡੀ ਕੰਪਨੀ ਵੱਲੋਂ। ਅਸੀਂ ਕਹਿੰਦੇ ਜੀ ਨਹੀਂ 0% ਨਹੀਂ ਗੁਪਤਾ ਜੀ, ਅਸੀਂ ਕਹਿੰਦੇ ਹਾਂ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ, ਜੇ ਉਹਨਾਂ ਦੇ ਕੋਲ ਇਨਕਮ ਨਹੀਂ ਆ, ਹਾਲਾਂਕਿ ਹੁੰਦੀ ਹੈ, ਕਿਉਂਕਿ ਸਟੂਡੈਂਟਸ ਜਦੋਂ ਆਉਂਦੇ, ਸਟੂਡੈਂਟ ਵੀਜ਼ਾ ਇੰਟਰਨੈਸ਼ਨਲ ਸਟੂਡੈਂਟ ਨੂੰ ਮਿਲਦਾ, ਉਹਨਾਂ ਨੂੰ ਵੀਕ ਦੇ 20 ਆਵਰ ਕੰਮ ਕਰਨ ਦਾ ਅਲਾਊਡ ਹੈ, ਵਰਕ ਪਰਮਿਟ ਨਾਲ ਹੀ ਮਿਲ ਜਾਂਦਾ। ਪਹਿਲਾਂ ਕਿਸੇ ਜ਼ਮਾਨੇ 'ਚ ਨਹੀਂ ਸੀ ਇੱਦਾਂ ਹੁੰਦੀ, ਹੁਣ ਹੋਣ ਲੱਗ ਪਈ ਹੈ। ਪਰ ਜੇ ਹੁਣ ਇਹ COVID-19 ਕਰਕੇ ਉਹਨਾਂ ਨੂੰ ਕੰਮ ਨਹੀਂ ਮਿਲਿਆ, ਕਿਉਂਕਿ ਕੰਮ ਜਦੋਂ 20 ਘੰਟੇ ਕਰਨਾ, ਫਿਰ ਛੋਟੇ ਛੋਟੇ ਕੰਮ ਕਰਨੇ ਪੈਂਦੇ ਨਾ। ਕੋਈ ਸਕਿਪ ਦੀ ਡਿਸ਼ ਕਰਦਾ, ਕੋਈ ਟਿਮ ਹੋਟਲ ਦੇ ਕਰਦਾ, ਕੋਈ ਹੋਮ ਡਿਪੂ 'ਚ ਕਰਦਾ, ਕੋਈ ਵਾਲਮਾਰਟ ਤੇ ਕਰਦਾ, ਥੋੜੇ ਘੰਟਿਆਂ ਵਾਲੇ ਕੰਮ ਕਰਨੇ ਪੈਂਦੇ। ਪਰ ਜੋ ਵੀ ਹੈ ਨਹੀਂ, ਤਾਂ ਵੀ ਉਹ ਮੌਰਗੇਜ ਲੈ ਸਕਦੇ। ਤੁਸੀਂ ਦੇਖੋ ਵੀ ਇੰਪਲੋਇਮੈਂਟ ਇਨਕਮ 0 ਹੋਵੇ ਤਾਂ ਵੀ ਮੌਰਗੇਜ ਉਹਨਾਂ ਵਾਸਤੇ ਅਵੇਲੇਬਲ ਹੈ। ਇਹ ਪਹਿਲੀ ਵਾਰੀ ਸੁਣਾ, ਇਹ ਪਹਿਲੀ ਵਾਰੀ ਸੁਣਿਆ। ਥੋੜਾ ਤਫਸੀਲ ਸੇ ਬਤਾएं। ਤਫਤੀਸ਼ ਜਿਹੜੀ ਡਿਟੇਲ ਉਹਦੀ ਇਹੀ ਹੈਗੀ ਆ ਕਿ ਜਿਹੜੇ ਵੀ ਸਟੂਡੈਂਟ ਆਏ ਆ, ਸਟੂਡੈਂਟ ਵੀਜ਼ੇ ਤੇ ਹੈਗੇ ਆ, ਸਟੂਡੈਂਟ ਜਿਹੜੀ ਸਟੱਡੀ ਉਹਨਾਂ ਦੀ ਸਟਾਰਟ ਹੀ ਹੋਈ ਹੈ ਜਾਂ ਕੰਪਲੀਟ ਹੋ ਗਈ, ਡਜ਼ਨਟ ਮੈਟਰ। ਕੰਪਲੀਟ ਹੋਣ ਤੋਂ ਬਾਅਦ ਉਹਨਾਂ ਦਾ ਵਰਕ ਪਰਮਿਟ ਅਜੇ ਰਿਨਿਊ ਮੰਨ ਲਓ ਨਹੀਂ ਹੋਇਆ, ਅੱਛਾ, ਜੇ ਹੋ ਗਿਆ ਤਾਂ ਵੀ ਠੀਕ ਆ, ਨਹੀਂ ਹੋਇਆ ਤਾਂ ਵੀ ਠੀਕ ਆ। ਔਰ ਇਹਦੇ ਨਾਲ ਨਾਲ ਹੋਰ ਉਹ ਵੀ ਜਿਹੜੇ ਬੰਦੇ PR ਆਏ ਆ, ਪਿਛਲੇ 2 ਸਾਲ ਤੋਂ ਆਏ ਹੋਏ ਆ, ਲੈਸ ਦੈਨ 2 ਈਅਰ ਜਾਂ ਵਿਦਨ 2 ਈਅਰ ਆਏ ਹੋਏ ਆ, ਉਹਨਾਂ ਨੂੰ ਆ ਕੇ, ਜਿੱਦਾਂ ਫਾਰ ਐਗਜ਼ਾਮਪਲ ਉੱਥੇ ਕੋਈ ਬੰਦਾ ਚਾਰਟਰਡ ਅਕਾਊਂਟੈਂਟ ਸੀ, ਕੋਈ ਲਾਇਰ ਸੀ, ਕੋਈ ਡਾਕਟਰ ਸੀ, ਕੋਈ ਹੋਰ ਬੈਂਕਰ ਸੀ, ਉਹ ਸੋਚਦਾ ਕਿ ਮੈਨੂੰ ਇੱਥੇ ਉੱਦਾਂ ਦਾ ਕੰਮ ਅਜੇ ਨਹੀਂ ਮਿਲਿਆ, ਉਹਨੇ ਕੋਸ਼ਿਸ਼ ਕੀਤੀ, ਟਰਾਈ ਕੀਤੀ, ਉਹਨੂੰ ਕੰਮ ਨਹੀਂ ਮਿਲਿਆ, ਨਾ ਉਹ ਕੰਮ ਥੋੜਾ ਹਲਕਾ ਕਰਨਾ ਚਾਹੁੰਦਾ। ਹਾਲਾਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਤੁਸੀਂ ਜੰਪ ਇਨ ਕਰੋ, ਸਟਾਰਟ ਕਰੋ, ਅੱਗੋਂ ਰਸਤੇ ਮਿਲ ਜਾਂਦੇ, ਓਪਰਚੁਨਿਟੀਜ਼ ਬਹੁਤ ਹੁੰਦੀਆਂ। ਪਰ ਕਈ ਵਾਰੀ ਅਸੀਂ ਸੋਚਦੇ ਵੀ ਨਹੀਂ, ਅਸੀਂ ਕਰਨਾ ਹੀ ਨਹੀਂ ਛੋਟਾ ਕੰਮ, ਜਦੋਂ ਸਾਡੇ ਪ੍ਰੋਫੈਸ਼ਨ ਨਾਲ, ਸਾਡੀ ਸਟੱਡੀ ਨਾਲ, ਸਾਡੇ ਐਕਸਪੀਰੀਅੰਸ ਨਾਲ ਰਿਲੇਟਡ ਕੰਮ ਮਿਲੂਗਾ, ਉਦੋਂ ਹੀ ਕਰਨਾ। ਉਹ ਵੀ ਮੌਰਗੇਜ ਲੈ ਸਕਦੇ, ਇਨਕਮ ਉਹਨਾਂ ਦੀ ਵੀ ਹੈ ਨਹੀਂ, ਉਹ ਵੀ ਮੌਰਗੇਜ ਲੈ ਸਕਦੇ। ਹੁਣ ਤੁਹਾਡਾ ਸਵਾਲ ਇਹ ਬਣਦਾ, ਇਹਦਾ ਮਤਲਬ ਉਹਨੂੰ ਇੰਟਰਸਟ ਬਹੁਤ ਦੇਣਾ ਪਊਗਾ। ਇਹ ਗੱਲ ਝੂਠੀ ਹੈ, कोई इंटरेस्ट बहुत नहीं देना पड़ेगा। अच्छा, मतलब देखो बैंकों की उसकी गारंटी कौन देगा फिर, उसकी इनकम तो है नहीं। हाँ जी, इनकम देखो, मैं एक मोटी जी गल दसदा जी, स्टूडेंट आउंदे, इंटरनेशनल स्टूडेंट आउंदे, तुसीं नोट कीता होगा, इंटरनेशनल स्टूडेंट जिहड़े आ ਉਹ ਉਹਨਾਂ ਚੋਂ ਮੈਜੋਰਿਟੀ ਸਟੂਡੈਂਟਸ ਜਿਹੜੇ ਆ ਉਹ ਨਵੀਆਂ ਕਾਰਾਂ ਬਾਏ ਕੀਤੀਆਂ ਹੋਈਆਂ ਉਹਨਾਂ ਨੇ। ਉਹ ਕਿੱਥੋਂ ਬਾਏ ਕਰਦੇ? ਉਹਨਾਂ ਦੇ ਪੇਰੈਂਟਸ ਸਪੋਰਟ ਕਰਦੇ। ਅੱਛਾ, ਡਾਊਨ ਪੇਮੈਂਟ ਵਾਸਤੇ ਜੇ ਉਹਨਾਂ ਦੇ ਪੇਰੈਂਟਸ ਸਪੋਰਟ ਕਰਨ ਤੇ ਉਹ ਘਰ ਬਾਏ ਕਰ ਸਕਦੇ। ਹੁਣ ਅੱਗੇ ਸ਼ਰਤ ਆਮ ਹੁੰਦੀ ਆ ਕਿ ਡਾਊਨ ਪੇਮੈਂਟ ਤੁਹਾਨੂੰ ਆਪਣੇ ਅਕਾਊਂਟ ਵਿੱਚ 90 ਦਿਨ ਤੋਂ ਵੱਧ ਟਾਈਮ ਦੀ ਪਈ ਹੋਈ, ਜਮ੍ਹਾਂ ਕਰਾਈ ਹੋਈ ਦਿਖਾਉਣੀ ਚਾਹੀਦੀ। ਅੱਛਾ, 90 ਤੁਸੀਂ ਕਹਿੰਦੇ ਕਿ ਮੈਂ ਜੀ ਡਾਊਨ ਪੇਮੈਂਟ ਹੈ ਮੈਂ ਪਾਉਣੀ ਹੈਗੀ ਆ, ਅਕਾਊਂਟ ਸਟੇਟਮੈਂਟ ਦਿਖਾਉਂਦੇ ਹੋ, ਉਹਦੇ ਵਿੱਚ ਪੈਸੇ ਦੇ 15 ਦਿਨ ਪਹਿਲਾਂ ਜਮ੍ਹਾਂ ਹੋਏ ਹੁੰਦੇ। ਠੀਕ ਹੈ ਜੀ, ਉਹ ਤੁਸੀਂ ਬੈਕ ਹੋਮ ਤੋਂ ਮੰਗਵਾਏ ਆ ਜਾਂ ਗਿਫਟ ਲਿਆ ਕਿਸੇ ਕੋਲ। ਇਹ ਜਿਹੜੀ ਮੈਂ ਦੱਸ ਰਿਹਾ ਗੱਲ, ਇਹਦੇ ਵਿੱਚ ਕੀ ਆ ਕਿ ਡਾਊਨ ਪੇਮੈਂਟ ਤੁਹਾਡੇ ਪੇਰੈਂਟਸ ਨੇ ਦੇਣੀ ਆ, ਤੁਹਾਡੇ ਕੋਲ ਤਾਂ ਹੈ ਹੀ ਨਹੀਂ, ਕੰਮ ਹੀ ਨਹੀਂ ਕਰਦੇ ਪਏ। ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਕਿੱਥੇ ਕੰਮ ਕਰਦਾ ਪਿਆ? ਲਾਇਬਿਲਿਟੀ ਫਿਰ ਉਨਕੀ, ਉਹ ਪੇਮੈਂਟ ਜਿਹੜੀ ਡਾਊਨ ਪੇਮੈਂਟ ਉਹਨੇ ਦੇਣੀ ਆ, ਉਹ ਉਹਦੇ ਫਾਦਰ ਨੇ, ਮਦਰ ਨੇ, ਸਿਸਟਰ ਨੇ, ਬ੍ਰਦਰ ਨੇ, ਚਾਚੇ ਨੇ, ਕਿਸੇ ਤਾਏ ਨੇ ਦੇਣੀ ਆ, ਮਾਸੀ ਨੇ ਦੇਣੀ ਆ। ਉਹ ਜਿਹੜੀਆਂ ਦੇਣੀਆਂ, ਡਾਊਨ ਪੇਮੈਂਟ ਦੇਣੀ ਆ, ਉਹ ਬੇਸ਼ੱਕ ਇੰਡੀਆ ਦੇ ਕਿਸੇ ਬੈਂਕ 'ਚ ਪਈ ਹੈ। ਅੱਛਾ, ਫਾਰ ਐਗਜ਼ਾਮਪਲ ਸਟੇਟ ਬੈਂਕ ਆਫ ਇੰਡੀਆ 'ਚ ਅਕਾਊਂਟ ਆ, ਪੰਜਾਬ ਨੈਸ਼ਨਲ ਬੈਂਕ 'ਚ ਅਕਾਊਂਟ ਆ, ਬੈਂਕ ਆਫ ਬੜੌਦਾ 'ਚ ਅਕਾਊਂਟ ਆ, ਸੈਂਟਰਲ ਬੈਂਕ ਆਫ ਇੰਡੀਆ 'ਚ ਅਕਾਊਂਟ ਆ।
ਉਹ ਬੈਂਕ ਲਿਖ ਕੇ ਦੇ ਦੇਵੇ ਕਿ ਇਹ ਦੇਖੋ ਇਹਨਾਂ ਦਾ ਅਕਾਊਂਟ ਹੈ, ਸਟੇਟਮੈਂਟ ਹੈ, ਇਹਦੇ ਵਿੱਚ ਇੰਨੇ ਪੈਸੇ ਪੈ ਸਟੈਂਪ ਲਾ ਦੇਵੇ, ਅਸੈਪਟੇਬਲ। ਅੱਛਾ। ਯਾਨੀ ਤੁਹਾਨੂੰ ਪਹਿਲਾਂ ਅਸੀਂ ਇਹ ਨਹੀਂ ਕਹਿੰਦੇ ਕਿੰਨੇ ਜੀ ਟ੍ਰਾਂਸਫਰ ਕਰਾਓ, ਪਹਿਲਾਂ ਤੁਸੀਂ ਟ੍ਰਾਂਸਫਰ ਉਦੋਂ ਕਰਾ ਲਈਓ ਜਦੋਂ ਸਾਰਾ ਕੁਝ ਤੁਹਾਡੀ ਮੌਰਗੇਜ ਅਪਰੂਵ ਹੋ ਜਾਊਗੀ। ਅਪਰੂਵ ਹੋਣ ਤੋਂ ਲੈ ਕੇ ਘਰ ਦੀ ਪੋਜੈਸ਼ਨ ਲੈਣ ਤੱਕ 15-20 ਦਿਨ ਦਾ ਫਰਕ ਹੁੰਦਾ। ਤੁਸੀਂ ਉਦੋਂ ਪੈਸੇ ਮੰਗਵਾ ਲਓ, ਅੱਜ ਕੱਲ੍ਹ ਤੇ ਚੁਟਕੀ ਮਾਰੇ ਪੈਸੇ ਆ ਜਾਂਦੇ। ਠੀਕ ਹੈ ਜੀ। ਸੋ ਮਤਲਬ ਏਡੀ ਵੱਡੀ ਕੋਈ ਗੱਲ ਹੈ ਨਹੀਂ। ਸੋ ਜੇ ਕੋਈ ਅਪਰਚੁਨਿਟੀ ਇਦਾਂ ਦੀ ਲੈਣੀ ਚਾਹੁੰਦਾ ਹੈਗਾ ਤੇ ਜ਼ਰੂਰ ਲੈਣੀ ਚਾਹੀਦੀ ਹੈ। ਮੇਰੇ ਕੋਲ गाइडेंस ਦੀ सलाह ਦੀ ਲੋੜ है, मैं प्रॉपर सलाह दे सकता। आपने अभी जिक्र किया कि कुछ लोग जो मकान लेने से पहले गाड़ी का लोन ले लिया है, क्या डज दैट अफेक्ट जब वो मुर्गे के लिए? बिल्कुल जी। इन जनरल ਜਦੋਂ ਘਰ ਖਰੀਦਣ ਤੋਂ ਪਹਿਲਾਂ ਤੁਸੀਂ ਕੋਈ ਵੀ ਇਦਾਂ ਦਾ ਲੋਨ ਲੈ ਲੈਂਦੇ ਹੋ, ਉਹ ਤੁਹਾਡੀ ਜੀਡੀਐਸ ਟੀਡੀਐਸ ਨੂੰ ਅਫੈਕਟ ਕਰਦਾ। अगर घर लेने के बाद गाड़ी ली फिर नहीं अफेक्ट? ਨਹੀਂ, ਫਿਰ ਨਹੀਂ ਕਰਦਾ। अच्छा। So in that case ਨੈਕਸਟ ਡੇ ਘਰ ਲੈਣ ਤੋਂ ਨੈਕਸਟ ਡੇ ਬਾਅਦ अच्छा ਤੁਸੀਂ ਕਾਰ ਲੈ ਲਓ, अच्छा ਕੋਈ ਇਫੈਕਟ ਨਹੀਂ, ਕੋਈ ਇਤਰਾਜ਼ ਨਹੀਂ ਬੈਂਕ ਨੂੰ। ਬੜੀ ਠੀਕ ਹੈ ਜੀ। ਪਰ ਪਹਿਲਾਂ ਇਤਰਾਜ਼ ਹੈਗਾ। ਵੈਲੀ ਹਾਂ। ਪਰ ਜਿਹੜੀ ਮੈਂ ਇਹ ਗੱਲ ਦੱਸਦਾ ਪਿਆ ਵਾਂ ਇੰਟਰਨੈਸ਼ਨਲ ਸਟੂਡੈਂਟ ਵਾਲੀ, ਜੇ ਉਹਨਾਂ ਨੇ ਕਾਰ ਵੀ ਲਈ ਹੋਈ ਤਾਂ ਵੀ ਕੋਈ ਗੱਲ ਨਹੀਂ। अच्छा। ਦੇਖੋ ਕਿੰਨੀਆਂ ਛੋਟਾਂ। ਮਤਲਬ ਕਹਿਣ ਤੋਂ ਮਤਲਬ ਇਹ ਹੈ ਕਿ ਬੜੀ ਮੇਰੇ ਲਈ ਵੀ ਇੱਕ ਜਿਹੜੀ ਗੱਲ ਤੁਸੀਂ ਕਹਿੰਦੇ ਹੁੰਦੇ ਸੀਗੇ, ਮੈਨੂੰ ਮਖੌਲ ਕਰਦੇ ਹੁੰਦੇ ਸੀਗੇ ਕਿ ਐਵਰੀਵਨ ਅਪਰੂਵ, ਅੱਜ ਤੁਹਾਨੂੰ ਸਾਬਤ ਕਰਤਾ ਕਿ ਐਵਰੀਵਨ ਅਪਰੂਵ। ਜੋ ਮਰਜ਼ੀ ਹਾਲਾਤ ਹੈਗੇ ਤੁਹਾਡੇ, ਤੁਸੀਂ ਅਪਰੂਵ ਹੋ ਸਕਦੇ ਹੋ। ਹਾਂ, ਤੁਸੀਂ ਆਪਣੀ ਜਿਹੜੀ ਜਿੱਦਾਂ ਦੀ ਵੀ ਤੁਹਾਡੀ ਬਜਟਿੰਗ ਹੈ ਉਹ ਤੁਹਾਨੂੰ ਦੱਸਣੀ ਪਏਗੀ, ਜਿੱਦਾਂ ਦੀ ਤੁਹਾਡੀ ਪਲੈਨਿੰਗ ਹੈ ਉਹ ਤੁਹਾਨੂੰ ਦੱਸਣੀ ਪਏਗੀ। ਇੱਕ ਹੋਰ ਗੱਲ ਮੈਂ ਸਟੂਡੈਂਟਸ ਦੇ ਲਈ, ਜਾਂ ਜਿਹੜੀ ਮੈਂ ਸਕੀਮ ਦੱਸ ਰਿਹਾ ਕਿ ਨੋ ਇਨਕਮ ਰਿਕੁਆਇਰਡ, ਇਹਦੇ ਵਿੱਚ ਤੁਸੀਂ ਘਰ ਜਿੰਨੇ ਦਾ ਮਰਜ਼ੀ ਲੈ ਲਓ। ਅੱਛਾ। ਤੁਸੀਂ 2.5 ਲੱਖ ਦਾ ਲੈ ਲਓ ਤੇ ਭਾਵੇਂ ½ ਮਿਲੀਅਨ ਦਾ ਲੈ ਲਓ, 5 ਲੱਖ ਦਾ ਲੈ ਲਓ, ਕੋਈ ਦਿੱਕਤ ਨਹੀਂ ਹੈ। ਦੂਜੇ ਪਾਸੇ ਜਦੋਂ ਉਹ ਦੂਸਰੀਆਂ ਸਕੀਮਾਂ ਹੈਗੀਆਂ, ਰੈਗੂਲਰ ਸਕੀਮਾਂ ਹੈਗੀਆਂ, ਉਹਨਾਂ ਸਕੀਮਾਂ ਵਿੱਚ ਹੁੰਦਾ ਕਿ ਤੁਹਾਡੀ ਜੀਡੀਐਸ ਇੰਨੀ ਹੋਣੀ ਚਾਹੀਦੀ ਹੈ, ਟੀਡੀਐਸ ਇੰਨੀ ਹੋਣੀ ਚਾਹੀਦੀ ਹੈ। ਉਹ ਮੈਂ ਦੁਬਾਰਾ ਦੱਸ ਦਿੰਦਾ, ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਟੀਡੀਐਸ ਦਾ ਮਤਲਬ ਹੁੰਦਾ ਕਿ ਤੁਹਾਡੀ ਪ੍ਰਿੰਸੀਪਲ, ਮੌਰਗੇਜ ਦਾ ਪ੍ਰਿੰਸੀਪਲ ਪਲੱਸ ਇੰਟਰਸਟ ਦੋਨੋਂ ਯਾਨੀ ਇੰਸਟਾਲਮੈਂਟ ਬਣ ਗਈ। ਉਸ ਤੋਂ ਬਾਅਦ ਪ੍ਰੋਪਰਟੀ ਟੈਕਸ ਪਲੱਸ ਹੀਟ, ਅਪਰੋਕਸੀਮੇਟਲੀ 90 ਤੋਂ $100 ਤੱਕ ਹੀਟ। ਇਹ ਜਿਹੜੀ TDS ਹੁੰਦੀ ਹੈ, GDS ਹੁੰਦੀ ਹੈ, ਇਹ ਚਾਰੇ ਚੀਜ਼ਾਂ ਪਲੱਸ ਅਦਰ ਲੋਨ। ਅਦਰ ਲੋਨਸ ਦੇ ਵਿੱਚ ਕਾਰ ਲੋਨ ਵੀ ਹੈ, ਲਾਈਨ ਆਫ ਕ੍ਰੈਡਿਟ ਵੀ ਹੈ, ਤੁਹਾਡਾ ਸਟੂਡੈਂਟ ਲੋਨ ਵੀ ਹੈ, ਕੋਈ ਹੋਰ ਲੋਨ ਵੀ, ਪਰਸਨਲ ਲੋਨ ਵੀ ਹੈ, ਪਲੱਸ ਤੁਹਾਡੇ ਜਿੰਨੇ ਕ੍ਰੈਡਿਟ ਕਾਰਡ ਦੀ ਲਾਇਬਿਲਿਟੀ ਜੋ ਹੈ ਉਹ ਸਾਰੀਆਂ ਲਾਇਬਿਲਿਟੀਜ਼ ਕਾਊਂਟ ਹੁੰਦੀਆਂ। ਠੀਕ ਹੈ ਜੀ। ਮੰਥਲੀ ਜਿੰਨੀ ਹੈ ਉਹਦੀ ਲਾਇਬਿਲਿਟੀ ਹੋਵੇ ਉਹ ਕਾਊਂਟ ਹੁੰਦੀ ਹੈਗੀ। ਕੱਲ੍ਹ ਨੂੰ ਕੋਈ ਗੱਲ ਕਰੇ ਜੀ ਮੰਥਲੀ ਲਾਇਬਿਲਿਟੀ ਕਿੱਦਾਂ ਹੁੰਦੀ, ਜਿਹੜੇ ਬੰਦੇ ਨੇ 10,000 ਦੀ ਲਾਈਨ ਆਫ ਕ੍ਰੈਡਿਟ ਲਈ ਹੋਈ ਹੈ ਉਹਦੇ ਵਿੱਚੋਂ 5,000 ਯੂਜ਼ ਕੀਤੀ ਹੋਈ ਹੈ, 3% ਆਫ ਦੀ ਆਊਟਸਟੈਂਡਿੰਗ ਅਮਾਊਂਟ ਉਹ ਲਾਇਬਿਲਿਟੀ ਗਣੀ ਜਾਂਦੀ, ਯਾਨੀ $150 ਤੁਹਾਡੀ ਲਾਇਬਿਲਿਟੀ ਬਣ ਗਈ। ਠੀਕ ਹੈ ਜੀ। ਉਹ ਲਾਇਬਿਲਿਟੀ ਆ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਇਨਕਮ ਦੀ ਲੋੜ ਨਹੀਂ ਹੈ ਇਹਦੇ ਵਿੱਚ, ਘਰ ਲੈਣ ਦੀ ਲਿਮਟ ਦੀ ਵੀ ਕੋਈ ਸੀਮਾ ਨਹੀਂ ਹੈ, ਰਿਸਟ੍ਰਿਕਸ਼ਨ ਨਹੀਂ ਹੈਗੀ, ਜਿੱਦਾਂ ਮਰਜ਼ੀ ਕਰ ਲੈ ਲਓ। ਠੀਕ ਹੈ ਜੀ। ਆਮ ਤੌਰ 'ਤੇ ਫਿਰ ਕਈ ਕੁਐਸਚਨ ਕਰਦੇ ਜੀ ਕਿ ਸਟੂਡੈਂਟ ਫਿਰ ਰੀਪੇ ਕਿੱਥੋਂ ਕਰਨਗੇ, ਉਹਨਾਂ ਦੀ ਕਾਰਾਂ ਦੇ ਲੋਨ ਕੌਣ ਰੀਪੇ ਕਰਦਾ, ਉਹਨਾਂ ਦੇ ਯੂਨੀਵਰਸਿਟੀਆਂ ਦੀਆਂ ਕਾਲਜਾਂ ਦੀ ਫੀਸਾਂ ਕੌਣ ਦਿੰਦਾ, ਜਿਨ੍ਹਾਂ ਦੇ ਪੇਰੈਂਟਸ ਸਪੋਰਟ ਕਰਦੇ। ਮਮ ਡੈਡ ਬੈਂਕ ਉਹਨੂੰ ਕਹਿੰਦੇ। ਮਮ ਡੈਡ ਬੈਂਕ ਉਹਨਾਂ ਦਾ ਬੈਸਟ ਬੈਂਕ ਹੈ, ਜਿਹਨੇ ਉਹਨਾਂ ਦਾ ਕ੍ਰੈਡਿਟ ਵੀ ਚੈੱਕ ਨਹੀਂ ਕਰਨਾ, ਜਿਨ੍ਹਾਂ ਨੇ ਉਹਨਾਂ ਦੀ ਇਨਕਮ ਵੀ ਚੈੱਕ ਨਹੀਂ ਕਰਨੀ, ਉਹਨਾਂ ਦੀ ਲਾਇਬਿਲਿਟੀ ਵੀ ਚੈੱਕ नहीं करनी, जिन्ने पैसे मंगो दे दें। मम डैड बैंक ਤੁਹਾਡੇ ਨਾਲ ਤੁਸੀਂ मॉर्गेज ले सकते हो। बड़ी अहम जानकारी आपने दी है। मैं चाहूँगा कि अगली बार हम इस मौजू पर बात करें कि हाउ टू बिल्ड अ क्रेडिट। बिल्कुल बिल्कुल करेंगे जी। आपका भी वॉइस ऑफ इंडिया के साथ जुड़ने के लिए बहुत बहुत शुक्रिया। आपका बहुत बहुत शुक्रिया, आपने बड़ी अहम जानकारी। थैंक यू वेरी मच गुप्ता जी। साथ भाई के जिन्ना चेर तक वो इशारा ना